Hello students, today I am starting our new topic, the forms of organization. ਫਾਰਮਸ ਆਫ ਔਰਗਨਾਈਜੇਸ਼ਨ ਬਾਰੇ ਗੱਲ ਕਰ ਰਹੀ ਹਾਂ। ਠੀਕ ਹੈ, ਫਾਰਮਸ ਆਫ ਔਰਗਨਾਈਜੇਸ਼ਨ ਹੁੰਦਾ ਕਿ ਆਪਾਂ ਜਦੋਂ ਵੀ ਕੋਈ ਵੀ ਪਲੈਨਿੰਗ ਕਰਦੇ ਹਾਂ ਤਾਂ ਆਪਾਂ ਪਲੈਨਿੰਗ ਕਰਨ ਵੇਲੇ ਸਭ ਤੋਂ ਪਹਿਲਾਂ ਇਹ ਸੋਚਦੇ ਹੁੰਦੇ ਹਾਂ ਕਿ ਆਪਾਂ ਬਿਜ਼ਨਸ ਕਿਹੜੀ ਕੈਟਾਗਰੀ 'ਚ ਕਰਨਾ ਹੈਗਾ। ਤਾਂ ਜਦੋਂ ਆਪਾਂ ਬਿਜ਼ਨਸ ਕਰਨਾ ਤਾਂ ਆਪਾਂ ਉਹਦੀ ਕੈਟਾਗਰੀ ਫਾਈਂਡ ਆਊਟ ਕਰਦੇ ਹਾਂ ਕਿ ਮੈਨੇ ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਨੀ ਹੈ ਜਾਂ ਮੈਂ ਕਿਸ ਚੀਜ਼ ਦੇ ਵਿੱਚ ਮਤਲਬ ਬਿਜ਼ਨਸ ਕਰਨਾ ਚਾਹੁੰਦਾ। ਤਾਂ ਜਦੋਂ ਮੈਂ ਉਹਦੀ ਕੈਟਾਗਰੀ ਸਿਲੈਕਟ ਕਰੂੰਗੀ ਤਾਂ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਇਹ ਕੈਟਾਗਰੀ ਮਤਲਬ ਚੋਇਸ ਕਰਨੀ ਹੈ ਮੈਨੇ ਕਿ ਮੈਂ ਔਰਗਨਾਈਜੇਸ਼ਨ ਕਿਹੜੀ ਕੈਟਾਗਰੀ ਦੀ ਯੂਜ਼ ਕਰਨਾ ਚਾਹੁੰਦੀ ਹਾਂ ਆਪਣੇ ਕਿ ਬਿਜ਼ਨਸ ਨੂੰ ਚਲਾਉਣ ਵਾਸਤੇ। ਬਿਜ਼ਨਸ ਕਦੇ ਹਮੇਸ਼ਾ ਬਹੁਤ ਸਾਰੀ ਕੈਟਾਗਰੀਜ਼ ਹੁੰਦੀਆਂ ਨੇ ਤਾਂ ਆਪਾਂ ਬੜੇ ਤਰੀਕਿਆਂ ਨਾਲ ਆਪਾਂ ਬਿਜ਼ਨਸ ਨੂੰ ਕੀ ਕਰ ਸਕਦੇ ਹਾਂ, ਸ਼ੁਰੂ ਕਰ ਸਕਦੇ ਹਾਂ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ 5 ਟਾਈਪਸ ਦਿੱਤੀਆਂ ਹੋਈਆਂ ਨੇ: ਸੋਲ ਪ੍ਰੋਪਰਾਈਟਰਸ਼ਿਪ, ਜੁਆਇੰਟ ਹਿੰਦੂ ਫੈਮਿਲੀ, ਪਾਰਟਨਰਸ਼ਿਪ, ਕੋਆਪਰੇਟਿਵ ਸੁਸਾਇਟੀ ਐਂਡ ਜੁਆਇੰਟ ਸਟਾਕ ਕੰਪਨੀ। ਤਾਂ ਮੈਂ ਅੱਜ ਪਹਿਲਾ ਟੌਪਿਕ ਡਿਸਕਸ ਕਰ ਰਹੀ ਹਾਂ ਜਿਹਦਾ ਨਾਮ ਹੈਗਾ ਸੋਲ ਪ੍ਰੋਪਰਾਈਟਰਸ਼ਿਪ। ਸੋਲ ਪ੍ਰੋਪਰਾਈਟਰਸ਼ਿਪ ਦਾ ਮਤਲਬ ਹੁੰਦਾ, ਸੋਲ ਮਤਲਬ ਹੁੰਦਾ ਇਕੱਲਾ, ਓਨਲੀ, ਐਂਡ ਪ੍ਰੋਪਰਾਈਟਰਸ਼ਿਪ ਦਾ ਮਤਲਬ ਹੁੰਦਾ ਓਨਰ। ਇਹ ਉਹ ਬਿਜ਼ਨਸ ਦੀ ਕੈਟਾਗਰੀ ਹੈ ਜਿਹਦੇ ਵਿੱਚ ਵੇਚਣ ਵਾਲਾ ਮਤਲਬ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ, ਜਿਹੜੀ ਚੀਜ਼ ਨੂੰ ਉਹ ਵੇਚੂਗਾ, ਉਹਦੇ ਵਿੱਚ ਉਹ ਇਕਲੌਤਾ ਇਕੱਲਾ ਮਾਲਕ ਹੁੰਦਾ। ਉਹ ਸਾਰੀਆਂ ਟ੍ਰਾਂਜੈਕਸ਼ਨਸ ਹੋਣਗੀਆਂ ਜੋ ਵੀ, ਉਹ ਸਾਰੀਆਂ ਉਹਦੇ ਹੀ ਥਰੂ ਹੋਣਗੀਆਂ। ਉਹਨੂੰ ਆਪਣੇ ਬਿਜ਼ਨਸ ਬਾਰੇ ਸਾਰਾ ਕੁਛ ਇੱਕ ਅੱਛੇ ਤਰੀਕੇ ਨਾਲ ਪਤਾ ਹੁੰਦਾ। ਠੀਕ ਹੈ, ਤਾਂ ਆਪਾਂ ਕਿਸੇ ਵੀ, ਮੈਂ ਤੁਹਾਨੂੰ ਲੋਟ ਆਫ ਐਗਜ਼ਾਮਪਲ ਦੇ ਸਕਦੀ, ਜਿਵੇਂ ਕੋਕਾ ਕੋਲਾ ਤਾਂ ਸੋਲ ਪ੍ਰੋਪਰਾਈਟਰਸ਼ਿਪ ਹੈ। ਕੋਕਾ ਕੋਲਾ ਆਪਣਾ ਇੱਕ ਕਾਪੀਰਾਈਟ ਹੈ। ਕੋਕਾ ਕੋਲਾ ਕੌਣ ਪ੍ਰੋਡਿਊਸ ਕਰ ਰਿਹਾ? ਸਿਰਫ ਉਹ ਕਰ ਰਿਹਾ, ਕੋਕਾ ਕੋਲਾ ਕੰਪਨੀ ਪ੍ਰੋਡਕਸ਼ਨ ਕਰ ਰਹੀ ਹੈ, ਉਹਦਾ ਬਿਜ਼ਨਸ ਜਿਹੜਾ ਮਾਲਕ ਹੈ ਉਹ ਕਰ ਰਿਹਾ, ਤਾਂ ਇਕਲੌਤਾ ਮਾਲਕ ਹੈ। ਉਹਦੇ ਵਿੱਚ ਕਿਸੇ ਦਾ ਕੋਈ ਸ਼ੇਅਰ, ਕੋਈ ਰਾਈਟ, ਕੋਈ ਕੁਛ ਵੀ ਨਹੀਂ ਹੈਗਾ। ਤਾਂ ਇਕਲੌਤਾ ਮਾਲਕ ਹੈ ਜਿਹੜਾ ਉਸ ਗੁੱਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰ ਰਿਹਾ। ਤਾਂ ਸੋਲ ਪ੍ਰੋਪਰਾਈਟਰਸ਼ਿਪ ਅੱਜ ਦਾ ਸਭ ਤੋਂ ਫੇਮਸ ਟੌਪਿਕ ਹੈ। ਫੇਮਸ ਮਤਲਬ ਸਿਸਟਮ, ਇੱਕ ਫਾਰਮ ਹੈ ਔਰਗਨਾਈਜੇਸ਼ਨ ਨੂੰ ਸ਼ੁਰੂ ਕਰਨ ਦਾ। ਬਿਕੋਜ਼ ਜ਼ਿਆਦਾਤਰ ਕੀ ਹੁੰਦਾ, ਸਮੋਲ ਆਪਾਂ ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਤਰੀਕਾ ਹੈ ਇਹ ਜ਼ਿਆਦਾਤਰ ਸਮੋਲ ਬਿਜ਼ਨਸ ਦੇ ਵਿੱਚ ਬਹੁਤ ਮੋਸਟਲੀ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹੁੰਦੇ ਹਾਂ। ਠੀਕ ਹੈ, ਇਹਦੇ ਨਾਲ ਕੀ ਹੁੰਦਾ, ਆਪਣਾ ਇੱਕ ਬਿਜ਼ਨਸ ਹੈ, ਚਾਹੇ ਤੁਸੀਂ ਉਹਦੇ 5 ਕਰੋੜ ਦੀ ਇਨਵੈਸਟਮੈਂਟ ਕੀਤੀ ਹੈ, ਚਾਹੇ 10 ਕਰੋੜ ਦੀ ਹੈ, ਚਾਹੇ 50 ਕਰੋੜ ਦੀ ਹੈ, ਬਟ ਇਹਦੇ ਵਿੱਚ ਕੀ ਹੁੰਦਾ ਜ਼ਿਆਦਾਤਰ ਆਪਾਂ ਮਤਲਬ ਜੋ ਵੀ ਚੀਜ਼ ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ, ਜੋ ਵੀ ਆਪਾਂ ਡਿਸੀਜ਼ਨ ਲੈ ਰਹੇ ਹਾਂ, ਕੋਈ ਕੰਮ ਦੇਖ ਰਿਹਾ, ਬੰਦੇ ਰੱਖ ਰਹੇ ਆ, ਕੁਛ ਵੀ ਕਰ ਰਹੇ ਹਾਂ, ਤਾਂ ਉਹ ਸਾਰਾ ਕੰਮ ਦੀ ਦੇਖ ਰੇਖ ਕੌਣ ਕਰਦਾ ਹੁੰਦਾ? ਸਿਰਫ ਇਕਲੌਤਾ ਮਾਲਕ ਕਰਦਾ ਹੁੰਦਾ। ਮਤਲਬ ਇਹ ਸੋਲ ਪ੍ਰੋਪਰਾਈਟਰਸ਼ਿਪ ਉਹ ਕੈਟਾਗਰੀ ਹੈ ਜਿਹਦੇ ਵਿੱਚ ਸਿਰਫ ਇੱਕ ਇਕੱਲਾ ਹੀ ਮਾਲਕ ਹੁੰਦਾ। ਠੀਕ ਹੈ, ਉਹੀ ਸਾਰਾ ਕੁਛ ਦੇਖਦਾ ਹੁੰਦਾ। ਲੋਸ ਹੋਊਗਾ ਤਾਂ ਵੀ ਉਹਨੂੰ ਸਹਿਣਾ ਪਊਗਾ, ਪ੍ਰੋਫਿਟ ਹੋਊਗਾ ਤਾਂ ਵੀ ਉਹਨੂੰ ਸਹਿਣਾ ਪਊਗਾ। ਤਾਂ ਸੋਲ ਪ੍ਰੋਪਰਾਈਟਰਸ਼ਿਪ ਜ਼ਿਆਦਾਤਰ ਸਮੋਲ ਬਿਜ਼ਨਸ ਦੇ ਵਿੱਚ ਕਾਮਯਾਬ ਹੋਣ ਵਾਲਾ ਇੱਕ ਬਹੁਤ ਅੱਛਾ ਤਰੀਕਾ ਹੈ, ਇੱਕ ਬਹੁਤ ਅੱਛੀ ਚੋਇਸ ਆ। ਫੀਚਰਸ ਬਾਰੇ ਗੱਲ ਕਰਾਂ, ਫੀਚਰਸ ਕੀ ਹੁੰਦੇ ਨੇ? ਫਾਰਮੇਸ਼ਨ ਐਂਡ ਕਲੋਜ਼ਰ। ਠੀਕ ਹੈ, ਇਹਦੇ ਵਿੱਚ ਕੀ ਹੈ, ਕਹਿੰਦਾ ਪਹਿਲਾ ਇਹਦੇ ਵਿੱਚ ਆਪਾਂ ਨੂੰ ਕੋਈ ਗੌਰਮੈਂਟ ਲੋਅ ਅਤੇ ਮਤਲਬ ਕੋਈ ਖਾਸ ਆਈਡੈਂਟਿਟੀ ਦੀ ਕੋਈ ਵੀ ਐਡੀ ਹਾਰਡਲੀ ਲੋੜ ਨਹੀਂ ਹੈਗੀ ਕਿ ਯਾਨੀ ਕਿ ਤੁਸੀਂ ਇੱਕ ਦੁਕਾਨ ਖੋਲ੍ਹਣੀ ਹੈ, ਸੋਲ ਪ੍ਰੋਪਰਾਈਟਰ ਤੁਸੀਂ ਇਕੱਲੇ ਮਾਲਕ ਦੀ ਦੁਕਾਨ ਖੋਲ੍ਹਣਾ ਚਾਹੁੰਦੇ ਹੋ, ਇਟ ਮੀਨਸ ਤੁਹਾਨੂੰ ਦੁਕਾਨ ਖੋਲ੍ਹਣ ਦੀ ਕੋਈ ਵੀ ਲਾਇਸੈਂਸ ਜਾਂ ਅਦਰ ਰਿਕੁਆਇਰਮੈਂਟਸ ਦੀ ਲੋੜ ਨਹੀਂ ਪੈਂਦੀ। ਤਾਂ ਸੋਲ ਪ੍ਰੋਪਰਾਈਟਰਸ਼ਿਪ ਵੇਲੇ ਆਪਾਂ ਨੂੰ ਜ਼ਿਆਦਾਤਰ ਇਕਲੌਤੀ ਮਤਲਬ ਐਵੇਂ ਕੈਟਾਗਰੀ ਹੈ ਜਿਹਦੇ ਵਿੱਚ ਆਪਾਂ ਜ਼ਿਆਦਾਤਰ ਲੀਗਲੀ ਇੰਨੇ ਰਾਈਟਸ ਨੂੰ ਫੋਲੋ, ਇੰਨੇ ਲੀਗਲੀ ਮਤਲਬ ਜਿਹੜੇ ਉਹ ਹੁੰਦੇ ਨੇ ਫੋਰਮੈਲਿਟੀਜ਼ ਨੂੰ ਪੂਰਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ, ਤਾਂ ਇਹ ਈਜ਼ੀਲੀ ਆਪਾਂ ਸ਼ੁਰੂ ਕਰ ਸਕਦੇ ਹਾਂ। ਬਸ ਆਪਾਂ ਨੇ ਕੈਟਾਗਰੀ ਚੂਜ਼ ਕਰਨੀ ਹੈ ਕਿ ਮੈਂ ਬਿਜ਼ਨਸ ਕਿਹੜੀ ਕੈਟਾਗਰੀ 'ਚ ਕਰਨਾ ਚਾਹੁੰਦੀ ਹਾਂ। ਯਾਨੀ ਕਿ ਮੈਂ ਜੇ ਸ਼ੌਪ ਖੋਲ੍ਹੀ ਹੈ ਤਾਂ ਮੈਂ ਕੋਸਮੈਟਿਕ ਦੀ ਕਰ ਰਹੀ ਹਾਂ, ਠੀਕ ਹੈ, ਜਾਂ ਫਿਰ ਮੈਂ ਮਤਲਬ ਕਿਸ ਕੈਟਾਗਰੀ 'ਚ ਕਰ ਰਹੀ ਹਾਂ। ਠੀਕ ਹੈ, ਸੈਕਿੰਡ ਇਜ਼ ਦਾ ਲਾਇਬਿਲਿਟੀ ਹੁੰਦੀ ਹੈ ਦੇਣਦਾਰੀ। ਠੀਕ ਹੈ, ਮਤਲਬ ਸੋਲ ਪ੍ਰੋਪਰਾਈਟਰ ਦੇ ਵਿੱਚ ਕੀ ਹੁੰਦਾ, ਜਿਹੜਾ ਮਾਲਕ ਹੈ ਉਹ ਇੱਕ ਇਕੱਲਾ ਮਾਲਕ ਹੁੰਦਾ ਹੈ ਕੰਪਨੀ ਦਾ, ਆਪਣੀ ਜਾਂ ਸ਼ੌਪ ਦਾ ਜਾਂ ਬਿਜ਼ਨਸ ਦਾ ਇਕੱਲਾ ਮਾਲਕ ਹੈ। ਤਾਂ ਜਿਹੜੀ ਵੀ ਲਾਇਬਿਲਿਟੀ ਹੋਊਗੀ ਉਹ ਉਹਦੇ ਸਿਰ 'ਤੇ ਹੋਊਗੀ, ਉਹੀ ਉਸ ਲਾਇਬਿਲਿਟੀ ਲਈ ਰਿਸਪੋਂਸੀਬਲ ਹੋਊਗਾ। ਲਾਇਬਿਲਿਟੀ ਹੁੰਦਾ ਜਦੋਂ ਆਪਾਂ ਕਿਸੇ ਤੋਂ ਕੋਈ ਪੈਸਾ ਲੈ ਲੈਂਦੇ ਹਾਂ, ਕੋਈ ਡੈਟ ਮਤਲਬ ਕਰਜ਼ਾ ਲੈ ਲੈਂਦੇ ਹਾਂ, ਤਾਂ ਕਰਜ਼ਾ ਵਨ ਟਾਈਮ ਤੋਂ ਬਾਅਦ ਆਪਾਂ ਨੂੰ ਕੀ ਕਰਨਾ ਪੈਂਦਾ, ਉਤਾਰਨਾ ਪੈਂਦਾ। ਠੀਕ ਹੈ, ਅਗਰ ਮੰਨ ਲਓ ਉਸ ਮਤਲਬ ਇੱਕ ਇਹੋ ਜਿਹਾ ਬਿਜ਼ਨਸ ਹੈ ਜਿਹਦੇ ਵਿੱਚ ਇੱਕ ਇਕੱਲਾ ਮਾਲਕ ਹੈ, ਤਾਂ ਇਕੱਲਾ ਮਾਲਕ ਕੀ ਕਰੂਗਾ, ਇਕੱਲਾ ਮਾਲਕ ਕੀ ਕਰੂਗਾ ਕਿ ਉਹਦੇ ਵਿੱਚ ਉਹਨੂੰ ਇਸ ਤਰੀਕੇ ਨਾਲ ਹੁੰਦਾ ਹੈ ਕਿ ਅਗਰ ਉਹਨੇ ਕੋਈ ਚੀਜ਼ ਨੂੰ ਸ਼ੁਰੂ ਕੀਤਾ, ਕੋਈ ਬਿਜ਼ਨਸ ਸ਼ੁਰੂ ਕੀਤਾ, ਤਾਂ ਉਹ ਬਿਜ਼ਨਸ ਨੂੰ ਸ਼ੁਰੂ ਕਰਨ ਵੇਲੇ ਅਗਰ ਉਹਨੂੰ 80,000 ਰੁਪਏ ਦੀ ਲੋੜ ਹੈ, ਠੀਕ ਹੈ, ਉਹ ਕਿਸੇ ਤੋਂ 80,000 ਰੁਪਏ ਲੈ ਲੂਗਾ, ਬਿਜ਼ਨਸ ਸ਼ੁਰੂ ਕਰ ਲੂਗਾ। ਠੀਕ ਹੈ, ਪਰ ਕੱਲ੍ਹ ਨੂੰ ਅਗਰ ਉਹਨੇ ਮੰਨ ਲਿਆ ਕਿਸੇ ਨੂੰ ਪੈਸੇ ਵਾਪਸ ਕਰਨੇ ਹੋਣ, ਠੀਕ ਹੈ, ਤਾਂ ਉਹਦੇ ਕੋਲ ਸਿਰਫ ਉਹ ਆਪਣਾ ਸਾਰੀ ਮਤਲਬ ਜਿਹੜੀ ਸ਼ੌਪ ਉਹਨੂੰ ਵੇਚ ਕੇ 60,000 ਰੁਪਏ ਮਿਲ ਰਿਹਾ। ਠੀਕ ਹੈ, ਤਾਂ ਜਿਹੜਾ 20,000 ਰੁਪਇਆ ਬਚਿਆ ਤਾਂ ਉਹ 20,000 ਕੀ ਕਰਨਾ ਪਊਗਾ, ਉਹਨੂੰ ਆਪਣਾ ਪੱਲੋਂ ਦੇਣਾ ਪੈ ਜਾਊਗਾ, ਭਾਵੇਂ ਆਪਣੀ ਕੋਈ ਚੀਜ਼ ਨੂੰ ਵੇਚ ਕੇ ਦੇਵੇ, ਕਿਸੇ ਤਰੀਕੇ ਨਾਲ ਦੇਵੇ। ਯਾਨੀ ਕਿ ਇੱਕ ਇਕੱਲਾ ਮਾਲਕ ਹੈ ਨਾ, ਉਹ ਤਾਂ ਇਕੱਲਾ ਮਾਲਕ ਹੀ ਕੀ ਕਰੂਗਾ, ਸਾਰਾ ਮਤਲਬ ਲਾਇਬਿਲਿਟੀ ਆਪਣੇ ਸਿਰ 'ਤੇ ਲੈ ਕੇ ਚੱਲਦਾ ਹੁੰਦਾ। ਠੀਕ ਹੈ, ਉਹ ਆਪੇ ਕੀ ਹੁੰਦਾ, ਪੂਰਾ ਪ੍ਰੋਪਰ ਰਿਸਪੋਂਸੀਬਲ ਹੁੰਦਾ। ਠੀਕ ਹੈ, ਸੋਲ ਰਿਸਕ ਬੀਅਰਰ ਅਤੇ ਐਂਡ ਪ੍ਰੋਫਿਟ ਰਿਸਿਪਟੈਂਸ ਹੋ ਗਿਆ ਨੈਕਸਟ ਪੁਆਇੰਟ। ਠੀਕ ਹੈ, ਜੇ ਕੋਈ ਰਿਸਕ ਹੋ ਗਿਆ ਬਿਜ਼ਨਸ ਤਾਂ ਵੀ ਉਹ ਫੇਸ ਕਰੂਗਾ, ਅਗਰ ਕੋਈ ਪ੍ਰੋਫਿਟ ਹੋ ਗਿਆ ਤਾਂ ਵੀ ਉਹ ਫੇਸ ਕਰੂਗਾ।
जिन्ना भी रिस्क होगा तां भी उन्हें कवर करना है, ठीक है। वो कल्ला ही सहण वाला होगा, जे प्रॉफिट होगा तां भी उन्हें किसी को डिवाइड करने की लोड़ नहीं, वो सारा प्रॉफिट खुद ही रखूगा क्योंकि वो कल्ला मालक है। अगला पॉइंट हो गया कंट्रोल। बिजनेस के जिन्हें भी डिसीजनस लैने ने, ठीक है, कंट्रोल करना है या डिसीजनस लैने ने या कोई नवी मैनेजमेंट करनी है तो वो सारे काम की करूगा, खुद आप करूगा, ठीक है। तो उन्होंने किसी नाल प्लान डिस्कस करने की लोड़ नहीं, किसी तो सलाह लैन की लोड़ नहीं, किसी नाल कुछ भी डिस्कस करने की लोड़ नहीं। अगर लगता है कि मैं अपने बिजनेस में एक्सपैंड करना है या मैं बिजनेस में घट करना है या नवा प्रोडक्ट लैके आना है तो वो सारा कुछ वो उत्ते डिपेंड करता। नो सैपरेट एंटिटी, ठीक है। जिहड़ा कल्ला मालक हुंदा ते बिजनेस हुंदा उहदी कोई सैपरेट एंटिटी नहीं हुंदी, यानी कि आपां ये नहीं कह सकते कि मालक की अलग पहचान है बिजनेस की अलग पहचान है, नहीं। मालक तो बिजनेस की दोनों की एक नाल जुड़ी हुई आइडेंटिटी होंदी है। तो जो आप अवेयरनैस चाहते हैं तो आपको यही दिखता, जिवें आप गल करते हैं मुकेश अंबानी की, तो मुकेश अंबानी तो अपन पता लगता अंबानी यानी कि अंबानी ग्रुप ऑफ कंपनीज का मालक है। इट मीनस कि उसकी आइडेंटिटी सैपरेट नहीं हैगी, वो बिजनेस नाल जुड़ी हुई पई है। तो अपने बिजनेस के कामों की खुद की होगा प्रॉपर फुली रिस्पोंसिबल होगा सारी एक्टिविटीज़ की। नैक्सट पॉइंट इज लैक ऑफ बिजनेस कॉन्टीन्यूटी। कहना ये की है ज़्यादातर अगे ये सब तो वड्डी मतलब ये आ जाता फीचर्स के कि कॉन्टीन्यूटी की कमी है। मतलब अगर मान लो इक्को ही मालक है, उही मालक मर गया या उसकी डैथ हो गई या वो पागल हो गया या कोई जेल हो गई या वो बैंकरप्सी हो गई, ठीक है, यानी कि करप्ट हो गया, बैंक के पैसे नहीं दे पाया, तो ऑन दैट केस वो बिजनेस की हो जाऊगा, खत्म हो जाऊगा, बिल्कुल ही बंद हो जाऊगा। इट मीनस की है ये सारे फीचर्स ने कि आप एक कल्ले किसी बिजनेस के मालक होवांगे तो उन्होंने आप किस तरीके अपन उहदे की फायदे ते की नुकसान होंदे। अगर मैं मैरिट्स की गल करा दे बोथ आर बिल डिटो सेम ने। क्विक डिसीजन मेकिंग, सोल प्रोप्राइटर के जिहड़ा मालक होंदा कल्ला मालक होंदा, इस करके अपने बिजनेस बारे किसी भी टाइम बिना किसी कंसलटेंस तो कोई भी डिसीजन लै सकता है। कॉन्फिडेंशली ऑफ इन्फॉर्मेशन, अगर उन्हें लगता है कि मेरे बिजनेस ये इन्फॉर्मेशन लुको के रखने वाली है तो वह कल्ला मालक है। इट मीनस अपनी इन्फॉर्मेशन की कर सकता है, कॉन्फिडेंशली रख सकता है, सीक्रेट रख सकता है, किसी नाल अपनी इन्फॉर्मेशन को शेयर नहीं करूगा, ठीक है। ना ही कोई उन्हें अगर चाहता मतलब उन्हें कोई खास इन्नी पब्लिश करने की भी अकाउंट्स में लोड़ नहीं पैंदी होंदी। जिहड़ियां हाई फाई कंपनियां उन्हें ज़्यादातर पब्लिश करना पैंदा। छोटियां शॉप्स ने या शॉपकीपर छोटे भी टाइप का कोई भी कैटेगरी का बंदा बिजनेस कर रहा तो उन्होंने कोई भी पब्लिश करने की लोड़ नहीं पैंदी। डायरैक्ट इंसैंटिव हो गया। सोल प्रोप्राइटरशिप के की होंदा वो डायरैक्ट हिस्सेदार होंदा। अगर मान लो उन्हें कोई बहुत सारा प्रॉफिट कमाया, उन्होंने सडनली बहुत सारा शेयर्स तो प्रॉफिट हो गया अपनी चीज़ों तो वो सारा प्रॉफिट की करूगा आप रखूगा, आप मतलब उन्होंने यूज़ कर सकता है। उन्होंने अपना वो शेयर्स किसी नाल मतलब प्रॉफिट में शेयर करने की कोई लोड़ नहीं हैगी। वो सारे प्रॉफिट का इकलौता खुद मालक होगा क्योंकि उन्हें सारा प्रॉफिट जिन्ना भी कमाया वो खुद के हार्ड वर्क नाल ही कमाया। सेंस ऑफ अकंपलिशमेंट, जिन्ना भी बिजनेस है वो किन्नी तरक्की लैके आनी है, की कॉन्ट्रीब्यूट करना है, किन्ना उन्होंने फुली मतलब जो भी वो काम कर रहा है वो सारे अपने आप को सैटिस्फाई करने लिए कर रहा है। ਉਹਦੇ ਨਾਲ ਕੋਈ ਬੰਦਾ ਨਹੀਂ ਹੈਗਾ, ਕੋਈ ਮਾਲਕ ਨਹੀਂ ਹੈਗਾ ਹੋਰ ਕਿ ਜਿਹਨੂੰ ਸੈਟੀਸਫਾਈ ਕਰਨ ਲਈ ਉਹ ਕੰਮ ਕਰ ਰਿਹਾ। ਉਹ ਕਾਮਯਾਬ ਹੋਣਾ ਚਾਹੁੰਦਾ ਤਾਂ ਉਹਨੂੰ ਪਤਾ ਕਿ ਉਹ ਕਾਮਯਾਬ ਹੋ ਕੇ ਆਪਣੇ ਆਪ ਨੂੰ ਖੁਦ ਕੀ ਕਰ ਰਿਹਾ, ਸੈਟੀਸਫਾਈ ਕਰ ਰਿਹਾ ਕਿ ਹਾਂ ਮੇਰੇ ਬਿਜ਼ਨਸ ਹੋਰ ਵੀ ਕੀ ਹੋ ਸਕਦਾ, ਡਿਵੈਲਪ ਹੋ ਸਕਦਾ। ਆਪਣੇ ਅੰਦਰ ਆਉਣ ਜਿਹੜੀ ਐਬਿਲਿਟੀਜ਼ ਹੁੰਦੀਆਂ ਨੇ ਉਹਨੂੰ ਕ੍ਰੀਏਟ ਕਰਦਾ। ਈਜ਼ੀ ਆਫ ਫਾਰਮੇਸ਼ਨ ਐਂਡ ਕਲੋਜ਼ਰ, ਸੋ ਪ੍ਰੋਪਰਾਈਟਰਸ਼ਿਪ ਐਜ ਅ ਬਿਜ਼ਨਸ ਜਿਹਨੂੰ ਆਪਾਂ ਨੂੰ ਸ਼ੁਰੂ ਕਰਨ ਵੇਲੇ ਕੋਈ ਖਾਸ ਨਹੀਂ ਲੀਗਲ ਫਾਰਮੈਲਿਟੀਜ਼ ਨੂੰ ਪੂਰਾ ਕਰਨ ਦੀ ਲੋੜ ਨਹੀਂ ਪੈਂਦੀ। ਸੋ ਇਸ ਕਰਕੇ ਅਗਰ ਇੰਨਾ ਪ੍ਰੋਪਰ ਇਹ ਜਿਹਾ ਬਿਜ਼ਨਸ ਅਗਰ ਆਪਾਂ ਬੰਦ ਵੀ ਕਰਨਾ ਹੋਵੇ, ਠੀਕ ਹੈ, ਜਾਂ ਦੁਬਾਰਾ ਸਟਾਰਟ ਕਰਦਾ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਕੋਈ ਖਾਸ ਲੀਗਲ ਫਾਰਮੈਲਿਟੀ ਕਰਨ ਦੀ ਕੋਈ ਇੰਨੀ ਲੋੜ ਨਹੀਂ ਪੈਂਦੀ। ਇਸ ਕਰਕੇ ਆਸਾਨੀ ਨਾਲ ਆਪਾਂ ਇਹਨੂੰ ਇਹੋ ਜਿਹਾ ਟਾਈਪ ਦਾ ਕੋਈ ਵੀ ਸਮੋਲ ਕੇਸ ਦਾ ਬਿਜ਼ਨਸ ਸ਼ੁਰੂ ਵੀ ਕਰ ਸਕਦੇ ਹਾਂ ਔਰ ਕਲੋਜ਼ ਵੀ ਕਰ ਸਕਦੇ ਹਾਂ। ਤੁਸੀਂ ਇਹਦੀ ਐਗਜ਼ਾਮਪਲ ਦੇ ਵਿੱਚ ਕੋਈ ਸ਼ੌਪ ਦੀ ਗੱਲ ਕਰ ਸਕਦੇ ਹੋ, ਕਿਸੇ ਵੀ ਸ਼ੋਰੂਮ ਦੀ ਗੱਲ ਕਰ ਸਕਦੇ ਹੋ। ਦਿਸ ਆਰ ਦਾ ਕੈਟੇਗਰੀ ਆਫ ਸਮੋਲ ਫਾਰਮੇਸ਼ਨ। ਉਹ ਇਕਲੌਤੇ ਮਾਲਕ ਹੁੰਦੇ ਨੇ ਜਿਹੜੇ ਅੰਦਰ ਹੋਣ ਵਾਲੇ ਕੰਮਾਂ ਦੀ ਸਾਰੀ ਦੇਖ ਰੇਖ ਕਰਦੇ ਨੇ, ਠੀਕ ਹੈ। ਦਿਸ ਇਜ਼ ਯੋਰ ਫਸਟ ਟੋਪਿਕ, ਇਟ ਵਿਲ ਕੰਪਲੀਟ, ਠੀਕ ਹੈ। नेक्स्ट डे आई विल स्टार्ट अवर न्यू टॉपिक अबाउट द पार्टनरशिप या जॉइंट इन द फैमिली, जो भी आप डिस्कस करांगे वो बारे, ठीक है। थैंक यू।